हेलो एवरीवन एंड वेलकम टू ਗਿਲਜ਼ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ। ਅੱਜ ਦੇ ਸੈਸ਼ਨ 'ਚ ਅਸੀਂ ਕੰਟੀਨਿਊ ਕਰਨ ਜਾ ਰਹੇ ਹਾਂ ਵਿਦ ਪਾਰਟ 41 ਆਫ 1800 MCQ GK GS ਸੀਰੀਜ਼। ਦ ਟੌਪਿਕ ਫॉर ਟੁਡੇ ਇਜ਼ ਇੰਡੀਅਨ ਆਰਟ ਐਂਡ ਕਲਚਰ। ਇਹ ਸੀਰੀਜ਼ ਤੁਹਾਡੇ ਸਭ ਪੰਜਾਬ ਸਟੇਟ ਲੈਵਲ ਐਗਜ਼ਾਮਸ ਫॉर ਐਗਜ਼ਾਮਪਲ PPSC PSCB ਪਟਵਾਰੀ ਹਾਈ ਕੋਰਟ ਐਟਸੈਟਰਾ ਲਈ ਬਹੁਤ ਲਾਭਦਾਇਕ ਰਹੇਗੀ। ਅਜਿਹੀਆਂ ਹੋਰ ਇੰਪੋਰਟੈਂਟ ਵੀਡੀਓਜ਼ ਨੂੰ ਟਾਈਮ ਸਿਰ ਦੇਖਣ ਲਈ ਅਤੇ ਨੋਟੀਫਿਕੇਸ਼ਨਸ ਨੂੰ ਮਿਸ ਨਾ ਕਰਨ ਲਈ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। Let's begin with the session. Our first question says, in which of the following dialects Kabir wrote? ਕਿ ਜੋ ਸੇਂਟ ਕਬੀਰ ਸੀਗੇ ਉਹਨਾਂ ਨੇ ਇਹਨਾਂ ਚਾਰ ਵਿੱਚੋਂ ਕਿਹੜੀ ਲੈਂਗੁਏਜ ਜਾਂ ਡਾਇਲੈਕਟ 'ਚ ਲਿਖਿਆ? Option 1 is Avdhi, Option 2 is Bhojpuri, Option 3 is Brij Bhasha, Option 4 is Maithili. Correct answer here is option number 2, Bhojpuri. I repeat, correct answer is option number 2. ਇਸ ਨੂੰ ਹੋਰ explain ਕਰਦਿਆਂ ਹੋਇਆਂ, Kabir being illiterate expressed his poems orally in vernacular Hindi, borrowing from various dialects including ਅਵਧੀ ਬ੍ਰਜ ਐਂਡ ਭੋਜਪੁਰੀ। ਕਿ ਜੋ ਕਬੀਰ ਸੀਗੇ ਉਹ ਬੇਸਿਕਲੀ ਹੀ ਵਾਜ਼ ਐਨ ਇਲਿਟਰੇਟ ਪਰਸਨ ਅਤੇ ਉਹਨਾਂ ਦੀ ਕੋਸ਼ਿਸ਼ ਕੀ ਸੀ ਵਰਨੈਕੂਲਰ ਲੈਂਗੁਏਜ 'ਚ ਹੀ ਆਪਣੀ ਜੋ ਪੋਇਟਰੀ ਹੈ ਜਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਅਜਿਹੀ ਲੈਂਗੁਏਜ 'ਚ ਜੋ ਉਸ ਸਮੇਂ ਦੀ ਲੋਕਾਂ ਨੂੰ ਬਹੁਤ ਬੈਸਟ ਸਮਝ ਆਉਂਦੀ ਸੀ। ਹਿਜ਼ ਵਰਸਿਸ often begin with some strongly worded insult to get the attention of passers-by. Kabir has enjoyed revival of popularity over the past half century and has arguably the most accessible and understandable of the Indian saints, with special influence over spiritual traditions such as those of Santmat, Garib Das and Radha Swami। ਕਿ ਜੋ ਇਹਨਾਂ ਦੀ ਪੋਇਟਰੀ ਸੀਗੀ ਇਹ ਬਹੁਤ ਪੋਪੂਲਰ ਹੋਈ ਸੰਤਮਤ 'ਚ, ਗਰੀਬ ਦਾਸ ਅਤੇ ਰਾਧਾ ਸਵਾਮੀ ਟਰਡੀਸ਼ਨਸ 'ਚ। ਇਹ ਕਬੀਰ ਦੀ ਜੋ ਪੋਇਟਰੀ ਹੈ ਬਹੁਤ ਪੋਪੂਲਰ ਹੋਈ ਅਤੇ ਇਹਦੀ ਲੈਂਗੁਏਜ ਬਹੁਤ ਐਕਸੈਸਿਬਲ ਅਤੇ ਅੰਡਰਸਟੈਂਡੇਬਲ ਸੀ। ਇਹਦੀ ਲੈਂਗੁਏਜ ਨੂੰ ਆਸਾਨੀ ਨਾਲ ਸਮਝਿਆ ਅਤੇ ਕੰਪਰੀਹੈਂਡ ਕੀਤਾ ਜਾ ਸਕਦਾ ਸੀ। ਨੈਕਸਟ ਕੁਐਸਚਨ ਸੇਜ਼, ਵੇਅਰ ਇਜ਼ ਪੁਸ਼ਕਰ ਫੇਅਰ ਹੈਲਡ? ਪੁਸ਼ਕਰ ਫੇਅਰ ਕਿਹੜੀ ਜਗ੍ਹਾ 'ਤੇ ਲੱਗਦਾ ਹੈ? Option 1 is Jodhpur, Option 2 is Ajmer, Option 3 is Jaipur, Option 4 is Udaipur. Correct answer here is option number 2, Ajmer. Correct answer is option number 2, Ajmer. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ, ਦ ਪੁਸ਼ਕਰ ਫੇਅਰ ਔਰ ਪੁਸ਼ਕਰ ਕਾ ਮੇਲਾ is the annual 5-day camel and livestock fair held in the town of Pushkar in the state of Rajasthan, India। ਕਿ ਜੋ ਪੁਸ਼ਕਰ ਫੇਅਰ ਹੈ ਬੇਸਿਕਲੀ ਇਹ ਮੇਲਾ ਕੀ ਹੈ, ਕੈਮਲ ਅਤੇ ਕੈਟਲਸ ਦਾ ਇੱਕ ਮੇਲਾ ਹੈ ਅਤੇ ਇਹ ਰਾਜਸਥਾਨ ਦੇ ਇੱਕ ਟਾਊਨ ਪੁਸ਼ਕਰ 'ਚ ਲੱਗਦਾ ਹੈ। ਇਟ ਇਜ਼ ਵਨ ਆਫ ਦ ਵਰਲਡਸ ਲਾਰਜੈਸਟ ਕੈਮਲ ਫੇਅਰਸ। ਇਹ ਦੁਨੀਆ ਦਾ ਸਭ ਤੋਂ ਵੱਡਾ ਕੈਮਲਸ ਦਾ ਊਂਠਾਂ ਦਾ ਮੇਲਾ ਲੱਗਦਾ ਹੈ। ਐਂਡ ਅਪਾਰਟ ਫਰੋਮ ਬਾਇੰਗ ਐਂਡ ਸੈਲਿੰਗ ਆਫ ਲਾਈਵ ਸਟਾਕ, ਇਟ ਹੈਜ਼ ਬਿਕਮ ਐਨ ਇੰਪੋਰਟੈਂਟ ਟੂਰਿਸਟ ਅਟਰੈਕਸ਼ਨ ਐਂਡ ਹਾਈਲਾਈਟਸ ਹੈਵ ਬਿਕਮ ਕੰਪੀਟੀਸ਼ਨ ਸਚ ਐਜ਼ ਮਟਕਾ ਫੋੜ। ਕਿ ਇਹ ਸਿਰਫ ਮੇਲਾ ਹੀ ਨਹੀਂ ਹੈ, ਇੱਥੇ ਸਿਰਫ ਕੈਟਲ ਦੀ ਸੇਲ ਔਰ ਸੇਲ ਪਰਚੇਜ਼ ਹੀ ਨਹੀਂ, ਇੱਥੇ ਕੰਪੀਟੀਸ਼ਨਸ ਵੀ ਹੁੰਦੇ ਨੇ ਜਿੱਦਾਂ ਕਿ ਮਟਕਾ ਫੋੜ, ਲੌਂਗੈਸਟ ਮੁਸਟਾਚ ਐਂਡ ਬਰਾਈਡਲ ਕੰਪੀਟੀਸ਼ਨ, ਜਿਨ੍ਹਾਂ ਕਰਕੇ ਕੀ ਹੈ ਇਟ ਹੈਜ਼ ਅਟਰੈਕਟਿਡ ਟੂਰਿਸਟਸ ਟੂ ਦਿਸ ਫੇਅਰ। ਪੁਸ਼ਕਰ ਇਜ਼ ਅ ਟਾਊਨ ਇਨ ਅਜਮੇਰ ਡਿਸਟ੍ਰਿਕਟ ਅਤੇ ਪੁਸ਼ਕਰ ਬੇਸਿਕਲੀ ਰਾਜਸਥਾਨ ਦੇ ਅਜਮੇਰ ਡਿਸਟ੍ਰਿਕਟ 'ਚ ਪੈਂਦਾ। ਪੁਸ਼ਕਰ ਇਜ਼ ਵਨ ਆਫ ਦੀ ਓਲਡੈਸਟ ਐਗਜ਼ਿਸਟਿੰਗ ਸਿਟੀਜ਼ ਇਨ ਇੰਡੀਆ। ਪੁਸ਼ਕਰ ਜੋ ਹੈ ਇੰਡੀਆ ਦੀਆਂ ਸਭ ਤੋਂ ਪੁਰਾਣੀ ਸਿਟੀਜ਼ 'ਚੋਂ ਇੱਕ ਹੈ। ਇਟ ਲਾਈਜ਼ ਔਨ ਦ ਸ਼ੋਰ ਆਫ ਪੁਸ਼ਕਰ ਲੇਕ। ਪੁਸ਼ਕਰ ਦੇ ਨੇੜੇ ਪੁਸ਼ਕਰ ਲੇਕ ਪੈਂਦੀ ਹੈ। The date of its actual origin is not known, but legend associates Lord Brahma with its creation. ਇਹਦਾ ਜੋ ਆਪਾਂ ਕਿਸੇ ਜਦੋਂ ਪੁਰਾਣੇ ਏਂਸ਼ੀਅੰਟ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਇਹਨੂੰ ਲਾਰਡ ਬ੍ਰਹਮਾ ਨਾਲ ਐਸੋਸੀਏਟ ਕਰਦੇ ਹਾਂ ਇਸ ਟਾਊਨ ਨੂੰ। ਹਾਲਾਂਕਿ ਸਾਨੂੰ ਪਤਾ ਨਹੀਂ ਹੈ ਕਿ ਇਸ ਜਗ੍ਹਾ ਦੀ ਓਰੀਜਿਨ ਕਦੋਂ ਹੋਈ। ਨੈਕਸਟ ਕੁਐਸਚਨ ਸੇਜ਼, ਵਿਚ ਆਫ ਦ ਫੋਲੋਇੰਗ ਇਜ਼ ਕਾਲਡ ਦ ਸਟੋਰ ਹਾਊਸ ਆਫ ਵਰਲਡ ਆਰਟ ਕਲੈਕਸ਼ਨਸ? ਇਹਨਾਂ ਚਾਰ ਆਪਸ਼ਨਸ ਵਿੱਚੋਂ ਕਿਸ ਨੂੰ ਕਿਹਾ ਜਾਂਦਾ ਸਟੋਰ ਹਾਊਸ ਆਫ ਵਰਲਡ ਆਰਟ ਕਲੈਕਸ਼ਨਸ? Option 1 is National Archives of India, Option 2 is National Museum,
Option 3 is National Modern Art Gallery. Option 4 is Salarjung Museum. Correct answer here is option 4, Salarjung Museum. I repeat, correct answer is option 4, Salarjung Museum. ਇਸ ਨੂੰ ਹੋਰ explain ਕਰਦਿਆਂ ਹੋਇਆਂ, the Salarjung Museum is an art museum located at Darushifa on the southern bank of Musi River in the city of Hyderabad. कि जो Salarjung Museum है ਇਹ एक art museum है कित्थे दरुशिफा च दरुशिफा exactly कित्थे southern bank of Musi River in Hyderabad. It is the third largest museum in India, housing the biggest one-man collection of antiques in the world. ਇਹ ਇੰਡੀਆ 'ਚ ਥਰਡ ਲਾਰਜੈਸਟ ਮਿਊਜ਼ੀਅਮ ਹੈ ਅਤੇ ਇੱਥੇ ਸਭ ਤੋਂ ਜ਼ਿਆਦਾ ਵਨ ਮੈਨ ਕਲੈਕਸ਼ਨ ਹੈ ਐਂਟੀਕਸ ਦੇ ਪੂਰੀ ਦੁਨੀਆ 'ਚ. ਇਟ ਇਜ਼ ਵੈਲ ਨੋਨ ਥਰੂ ਆਊਟ ਇੰਡੀਆ ਫॉर ਇਟਸ ਪ੍ਰਾਈਜ਼ਡ collections belonging to different civilizations dating back to 1st century. ਕਿ ਜੋ ਇਹਦੀਆਂ ਕਲੈਕਸ਼ਨਸ ਨੇ ਉਹ ਬਹੁਤ ਪੁਰਾਣੀਆਂ ਨੇ, ਜੋ ਕਿ ਪ੍ਰਾਈਜ਼ਡ ਕਲੈਕਸ਼ਨਸ ਨੇ. ਉਹਨਾਂ ਦੀ ਜੇ ਆਪਾਂ ਉਹਨਾਂ ਦੀ ਡੇਟਿੰਗ ਦੇਖੀਏ ਤਾਂ ਉਹ 1st ਸੈਂਚੁਰੀ ਨੂੰ ਬਿਲੋਂਗ ਕਰਦੀਆਂ. ਨਵਾਬ ਮੀਰ ਯੂਸਫ ਅਲੀ ਖਾਨ ਸਲਾਰਜੰਗ III, former Prime Minister of the 7th Nizam of Hyderabad, spent a substantial amount of his income over 35 years to make this priceless collection his life passion. ਇਹ ਜਿਹੜੀ ਪ੍ਰਾਈਜ਼ਡ ਕਲੈਕਸ਼ਨ ਸੀਗੀ ਇਹ ਕਿਸ ਦੀ ਸੀਗੀ ਬੇਸਿਕਲੀ ਨਵਾਬ ਮੀਰ ਯੂਸਫ ਅਲੀ ਦੀ, ਜਿਸਨੇ 35 ਈਅਰਸ ਤੱਕ ਕਲੈਕਸ਼ਨਸ ਕੀਤੀਆਂ. ਕਿਉਂ ਕੀਤੀਆਂ? ਕਿਉਂਕਿ ਇਹ ਉਹਦੀ ਜ਼ਿੰਦਗੀ ਦਾ ਇੱਕ ਪੈਸ਼ਨ ਸੀ. ਨੈਕਸਟ ਕੁਐਸਚਨ ਸੇਜ਼ ਹੂ ਇੰਟਰੋਡਿਊਸ ਦ ਫੇਮਸ ਪਰਸ਼ੀਅਨ ਫੈਸਟੀਵਲ ਆਫ ਨੌਰੋਜ਼. ਨੌਰੋਜ਼ ਫੈਸਟੀਵਲ ਜੋ ਸੀ ਉਹ ਕਿਸ ਨੇ ਇੰਟਰੋਡਿਊਸ ਕੀਤਾ? Option 1 is Alauddin Khilji. Option 2 is Iltutmish. Option 3 is Firoz Tughlaq. Option 4 is Balban. Correct answer here is option 4. I repeat, correct answer here is option 4, Balban. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ, Balban's conception of kingship was similar to that of the theory of divine rights of the king. ਕਿ ਜੋ ਬਲਬਨ ਦੀ ਕੰਸੈਪਸ਼ਨ ਸੀਗੀ ਕਿੰਗਸ਼ਿਪ ਨੂੰ ਲੈ ਕੇ ਕਿ ਕਿੱਦਾਂ ਇੰਪਾਇਰ ਨੂੰ ਹੈਂਡਲ ਕਰਨਾ, ਇਟ ਵਾਜ਼ ਸਿਮਿਲਰ ਟੂ ਥਿਓਰੀ ਆਫ ਡਿਵਾਈਨ ਰਾਈਟ ਆਫ ਕਿੰਗਸ. ਹੀ ਕਾਸਟ ਅ ਹਾਲੋ ਆਫ ਸੁਪੀਰੀਅਰਿਟੀ ਅਰਾਊਂਡ ਮੋਨਾਰਕੀ. ਇਹਨੂੰ ਇਹ ਜੋ ਸੀ ਆਪਣੀ ਰਾਜ 'ਚ ਮੋਨਾਰਕੀ ਤਾਂ ਹੈਗੀ ਸੀਗੀ ਪਰ ਇਹਨੂੰ ਸੁਪੀਰੀਓਰਿਟੀ ਕਿ ਕਿੰਗ ਇਜ਼ ਸੁਪੀਰੀਅਰ ਟੂ ਆਲ, ਜਾਂ ਆਪਾਂ ਕਹਿੰਦੇ ਹਾਂ ਕਿ ਇਹ ਕਿੰਗ ਇਜ਼ ਇਕੁਅਲੈਂਟ ਟੂ ਗੋਡ. This is a feature of theory of divine right. He introduced the system of Nowroz to add the dignity to his court. ਇਹਨੇ ਇਹ ਸਿਸਟਮ ਆਫ ਨੌਰੋਜ਼ ਇੰਟਰੋਡਿਊਸ ਕਰਵਾਇਆ ਅਤੇ ਅੱਜ ਦੇ ਟਾਈਮ 'ਤੇ ਨੌਰੋਜ਼ ਨੂੰ ਆਪਾਂ ਪਰਸ਼ੀਅਨ ਨਿਊ ਈਅਰ ਕਹਿੰਦੇ ਹਾਂ. ਨੈਕਸਟ ਕੁਐਸਚਨ ਸੇਜ਼ ਵਿਚ ਆਫ ਦ ਫੋਲੋਇੰਗ ਇਜ਼ ਅ ਫੇਮਸ ਐਸਮੀਜ਼ ਫੈਸਟੀਵਲ. ਇਹ 4 ਫੈਸਟੀਵਲਸ ਵਿੱਚੋਂ ਐਸਮੀਜ਼ ਫੈਸਟੀਵਲ ਕਿਹੜਾ ਹੈ? Option 1 is Makar Sankranti. Option 2 is Yugadi. Option 3 is Onam. Option 4 is Rongali Bihu. Correct answer here is option number 4, Rongali Bihu. I repeat, option 4 is the correct answer, Rongali Bihu. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ, Bihu donates a set of 3 different cultural festivals of Assam. ਕਿ ਬਿਹੂ ਜੋ ਹੈ ਅਸਾਮ ਦਾ ਫੈਸਟੀਵਲ ਹੈ ਜਿਸ 'ਚ ਫਰਦਰ 3 different type ਦੇ cultural festivals included ਨੇ. In a year there are 3 Bihu festivals in Assam. ਪੂਰੇ ਸਾਲ 'ਚ 3 Bihu festivals celebrate ਕੀਤੇ ਜਾਂਦੇ ਨੇ. First is in the month of Bohag. Bohag normal calendar ਦੇ according Baisakhi the middle of April ਇਸ time 'ਤੇ ਪੈਂਦਾ. Next is Magh, that is in the middle of January, and third is Kati, that is Kartik in the middle of October. The most important and colourful of 3 festivals is the spring festival Bohag Bihu or Rongali Bihu celebrated in the middle of April. ਮਤਲਬ ਇਹਨਾਂ 3 ਵਿੱਚੋਂ ਸਭ ਤੋਂ ਕਲਰਫੁਲ ਫੈਸਟੀਵਲ ਹੁੰਦਾ ਜੋ ਕਿ ਸਪਰਿੰਗ ਦੇ ਟਾਈਮ 'ਤੇ ਸੈਲੀਬਰੇਟ ਕੀਤਾ ਜਾਂਦਾ ਡਿਊਰਿੰਗ ਮਿਡਲ ਆਫ April, ਜਿਹਨੂੰ ਆਪਾਂ ਬੋਹਾਗ ਬਿਹੂ ਔਰ ਰੋਂਗਾਲੀ ਬਿਹੂ ਵੀ ਕਹਿੰਦੇ ਹਾਂ. ਦਿਸ ਇਜ਼ ਆਲਸੋ ਦ ਬਿਗਨਿੰਗ ਆਫ ਐਗਰੀਕਲਚਰਲ ਸੀਜ਼ਨ. ਇਹ ਜੋ ਫੈਸਟੀਵਲ ਹੈ it denotes the beginning of agricultural season. Next question says
Which language is spoken by the people of Lakshadweep? Lakshadweep Islands ਦੇ ਜਿਹੜੇ people ਨੇ ਉਹ ਕਿਹੜੀ language ਬੋਲਦੇ ਨੇ? Option 1 is Malayalam, option 2 is Kannada, option 3 is Tamil, option 4 is Telugu. Correct answer here is option 1 Malayalam. I repeat, option 1 is the correct answer, Malayalam. ਇਸ ਨੂੰ ਹੋਰ explain ਕਰਦਿਆਂ ਹੋਇਆਂ, the islanders are ethnically similar to the Malayali people of the nearest Indian state of Kerala. Since Lakshadweep ਦੇ ਸਭ ਤੋਂ nearest state ਕੇਰਲਾ ਪੈਂਦੀ ਹੈ, ਇਸ ਕਰਕੇ ਜੋ ਉੱਥੋਂ ਦੇ ਲੋਕ ਨੇ they are similar to Keralites. ਇਸ ਕਰਕੇ maximum population speaks Malayalam, with Mahi being the most spoken language in Minokoy Island. Maximum population Malayalam ਬੋਲਦੀ ਹੈ ਅਤੇ ਇੱਕ ਹੋਰ language ਹੈ Mahi, ਇਹ ਮਿਨੀਕੋਏ ਆਈਲੈਂਡ ਵੱਲ ਜ਼ਿਆਦਾ ਸੁਣਨ ਨੂੰ ਮਿਲਦੀ ਹੈ. Next question says, in which state is the religious festival of Ganesh Chaturthi celebrated with gusto? कि गणेश चतुर्थी जो ਫੈਸਟੀਵਲ ਹੈ ਇਹ ਕਿਹੜੇ ਸਟੇਟ 'ਚ ਸਭ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ? Option 1 is Rajasthan, option 2 is Gujarat, option 3 is Maharashtra, option 4 is Madhya Pradesh. Correct answer here is option number 3 Maharashtra. I repeat, correct answer is option number 3 Maharashtra. ਇਸ ਨੂੰ ਹੋਰ explain ਕਰਦਿਆਂ ਹੋਇਆਂ, Ganesh Chaturthi is the Hindu festival celebrated on the birthday of Lord Ganesha, son of Shiv and Parvati. ਕਿ ਇਹ ਫੈਸਟੀਵਲ ਕਿਉਂ ਸੈਲੀਬਰੇਟ ਕੀਤਾ ਜਾਂਦਾ? ਇਟਸ ਬੇਸਿਕਲੀ ਬਰਥ ਡੇਟ ਆਫ ਲੋਰਡ ਗਣੇਸ਼ਾ, ਜਿਹਨੂੰ ਆਪਾਂ ਸ਼ਿਵ ਅਤੇ ਪਾਰਵਤੀ ਦੇ ਪੁੱਤਰ ਮੰਨਦੇ ਹਾਂ. While celebrated all over India, it is most elaborate in Maharashtra, Goa, Andhra Pradesh, Karnataka, Orissa and Chhattisgarh. ਵੈਸੇ ਤਾਂ ਇਹ ਪੂਰੀ ਕੰਟਰੀ 'ਚ ਸੈਲੀਬਰੇਟ ਕੀਤਾ ਜਾਂਦਾ, ਬਟ ਜ਼ਿਆਦਾਤਰ ਇਹ ਸਦਰਨ ਸਟੇਟਸ ਜਿੱਦਾਂ ਕਿ ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਕਰਨਾਟਕਾ, ਓਡੀਸ਼ਾ, ਛੱਤੀਸਗੜ੍ਹ 'ਚ ਜ਼ਿਆਦਾ ਪੋਪੂਲਰ ਹੈ. ਨੈਕਸਟ ਕੁਐਸਚਨ ਸੇਜ਼, ਵਿਚ ਆਫ ਦ ਫੋਲੋਇੰਗ ਲੈਂਗੁਏਜ ਹੈਜ਼ ਬੀਨ ਗਿਵਨ the status of classical language by central government? ਕਿ ਸੈਂਟਰਲ ਗਵਰਨਮੈਂਟ ਨੇ ਇਹਨਾਂ 4 ਲੈਂਗੁਏਜਸ ਵਿੱਚੋਂ ਕਿਹੜੀ ਲੈਂਗੁਏਜ ਨੂੰ ਕਲਾਸੀਕਲ ਲੈਂਗੁਏਜ ਦੀ ਉਹ ਸਟੇਟਸ ਦਿੱਤਾ? Option 1 is Gujarati, option 2 is Tamil, option 3 is Marathi, option 4 is Malayalam. Correct answer here is option number 2 Tamil. I repeat, correct answer is option number 2 Tamil. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ, in 2004 the government of India declared that languages that met certain requirements should be accorded a status of classical languages in India. Languages so far declared to be classical are Tamil, Sanskrit, Kannada and Telugu. ਜਿਹੜੀਆਂ ਲੈਂਗੁਏਜਸ ਨੂੰ ਪ੍ਰੀਜ਼ਰਵ ਕਰਨ ਦੀ ਬਹੁਤ ਲੋੜ ਹੈ ਉਹਨੂੰ ਆਪਾਂ ਕਲਾਸੀਕਲ ਲੈਂਗੁਏਜ ਦਾ ਸਟੇਟਸ ਦੇ ਦਿੰਦੇ ਹਾਂ. ਇਸ ਕਰਕੇ ਬਹੁਤ ਸਾਰੀਆਂ ਲੈਂਗੁਏਜਸ ਜਿੱਦਾਂ ਕਿ ਤਾਮਿਲ, ਸੰਸਕ੍ਰਿਤ, ਕੰਨੜ ਅਤੇ ਤੇਲਗੂ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੇ ਕਲਾਸੀਕਲ ਲੈਂਗੁਏਜ ਦਾ ਸਟੇਟਸ ਦੇ ਦਿੱਤਾ ਹੈ. ਨੈਕਸਟ ਕੁਐਸਚਨ ਇਜ਼, ਰਥ ਯਾਤਰਾ ਐਟ ਪੁਰੀ ਇਜ਼ ਸੈਲੀਬਰੇਟਿਡ ਇਨ ਦੀ ਓਨਰ ਆਫ? ਕਿ ਰਥ ਯਾਤਰਾ ਕਿਸ ਨੂੰ ਓਨਰ ਕਰਨ ਲਈ ਸੈਲੀਬਰੇਟ ਕੀਤੀ ਜਾਂਦੀ ਹੈ? ਆਪਸ਼ਨ 1 ਇਜ਼ ਲੋਰਡ ਰਾਮ, ਆਪਸ਼ਨ 2 ਇਜ਼ ਲੋਰਡ ਸ਼ਿਵਾ, ਆਪਸ਼ਨ 3 ਇਜ਼ ਲੋਰਡ ਜਗਨਨਾਥ, ਆਪਸ਼ਨ 4 ਇਜ਼ ਲੋਰਡ ਵਿਸ਼ਨੂੰ. ਕਰੈਕਟ ਆਂਸਰ ਹੇਅਰ ਇਜ਼ ਆਪਸ਼ਨ ਨੰਬਰ 3 ਲੋਰਡ ਜਗਨਨਾਥ. ਆਈ ਰਿਪੀਟ, ਆਪਸ਼ਨ 3 ਲੋਰਡ ਜਗਨਨਾਥ ਇਜ਼ ਦੀ ਕਰੈਕਟ ਆਂਸਰ. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ, ਰਥ ਯਾਤਰਾ ਇਜ਼ ਅ ਹਿਊਜ ਹਿੰਦੂ ਫੈਸਟੀਵਲ associated with Lord Jagannath held at Puri in the state of Odisha. ਕਿ ਰਥ ਯਾਤਰਾ 'ਚ ਲੋਰਡ ਜਗਨਨਾਥ ਦੀ ਪ੍ਰੇਅਰ ਕੀਤੀ ਜਾਂਦੀ ਹੈ ਅਤੇ ਕਿੱਥੇ ਹੁੰਦਾ? ਪੂਰੀ ਜਗ੍ਹਾ ਦਾ ਨਾਮ ਇਨ ਦ ਸਟੇਟ ਆਫ ਓਡੀਸ਼ਾ. ਦਿਸ ਐਨੂਅਲ ਫੈਸਟੀਵਲ ਇਜ਼ ਸੈਲੀਬਰੇਟਿਡ ਔਨ ਅਸ਼ਦ ਸ਼ੁਕਲਾ ਦਵਿਤੀਆ. ਇਹ ਜਿਹੜਾ ਫੈਸਟੀਵਲ ਹੈ ਇਹ ਅਸ਼ਦ ਸ਼ੁਕਲਾ ਦਵਿਤੀਆ ਨੂੰ ਸੈਲੀਬਰੇਟ ਕੀਤਾ ਜਾਂਦਾ. ਇਹ ਕੀ ਹੈ? ਦਿਸ ਇਜ਼ ਸੈਕਿੰਡ ਡੇ ਇਨ ਬ੍ਰਾਈਟ ਫੋਰਟਨਾਈਟ ਆਫ ਅਰਸ਼ਦ ਮੰਥ. Next question says, the most popular festival in Tamil Nadu is? कि तमिल नाडु ਦਾ ਸਭ ਤੋਂ popular festival ਕਿਹੜਾ ਹੈ? Option 1 is Gudi Padwa, option 2 is Onam, option 3 is Bihu, option 4 is Pongal. Correct answer here is option 4 Pongal. I repeat, correct answer is option number 4 Pongal.
थोड़े होर फेस्टिवल्स जो तमिलनाडु च सैलीब्रेट किए जाते हैं, दीज आर पोंगल, जलीकट्टू, चिथिराई एंड अडिपरुक्कू. Next question says Papeti is the festival of. Option 1 is Parsis, option 2 is Jains, option 3 is Sikhs, option 4 is Buddhists. Correct answer here is option 1 Parsis. I repeat, correct answer here is option 1 Parsis. Papeti is one of the auspicious days of Parsi calendar. Papeti जो है ये बहुत ही important दिन है Parsis ਲਈ. Papeti जो है it is Parsis the new year, and it comes in the month of Navroz by Parsis. On Papeti day the Parsis visit the fire temple. ਇਹ ਨਵਰੋਜ਼ ਦੇ ਟਾਈਮ ਤੇ ਸੈਲੀਬ੍ਰੇਟ ਕੀਤਾ ਜਾਂਦਾ ਤੇ ਪਾਰਸੀਜ਼ ਜੋ ਨੇ ਫਾਇਰ ਟੈਂਪਲ ਜਾਂਦੇ ਨੇ ਇਸ ਦਿਨ on their new year day. Next question says which among the following cities was given as Guru Dakshina by Pandavas to Guru Dronacharya. ਗੁਰੂ ਦਰੋਣਾਚਾਰਿਆ ਨੂੰ ਕਿਹੜੀ ਜੋ ਸਿਟੀ ਸੀਗੀ ਉਹ ਪਾਂਡਵਾਂ ਨੇ ਗੁਰੂ ਦਕਸ਼ਿਨਾ ਦੇ ਰੂਪ ਚ ਦਿੱਤੀ. Option 1 is Rawalpindi, option 2 is Nainital, option 3 is Hastinapur, option 4 is Gurgaon. Correct answer here is option 4 Gurgaon. I repeat, correct answer here is option number 4 Gurgaon. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ as per legend Gurgaon in Haryana was given as Guru Dakshina to Guru Dronacharya by his students Pandavas, and hence it came to be known as Gurugram, which in course of time said to have distorted to Gurgaon. ਕਿ ਮੰਨਿਆ ਜਾਂਦਾ ਹੈ ਕਿ ਗੁੜਗਾਉਂ ਨੂੰ ਗੁਰੂ ਦਕਸ਼ਿਨਾ ਦੇ ਰੂਪ 'ਚ ਪਾਂਡਵਾਂ ਨੇ ਗੁਰੂ ਦਰੋਣਾਚਾਰਿਆ ਨੂੰ ਦਿੱਤਾ ਸੀ ਅਤੇ ਇਸ ਕਰਕੇ ਇਸ ਦਾ ਨਾਮ ਗੁਰੂਗ੍ਰਾਮ ਸੀ. ਪਰ ਜਿੱਦਾਂ ਇਹਨਾਂ ਨੂੰ ਪ੍ਰੋਨੰਸੀਏਸ਼ਨ ਲੋਕਲ ਰੈਜ਼ੀਡੈਂਟਸ ਨੇ ਇਸ ਦੀ ਪ੍ਰੋਨੰਸੀਏਸ਼ਨ ਥੋੜ੍ਹੀ ਡਿਸਟਰੋਏ ਕਰਕੇ ਇਹਨੂੰ ਗੁੜਗਾਉਂ ਕਹਿਣਾ ਸ਼ੁਰੂ ਕਰ ਦਿੱਤਾ. The BJP government in Haryana renamed Gurgaon as Gurugram in April 2016. April 2016 च BJP government in Haryana it made an effort to rename it as Gurugram. Next question is Jallikattu is associated with which Indian festival? कि जल्लीकट्टू वो किहड़े Indian festival ਦਾ ਇੱਕ part है. Option 1 is Onam, option 2 is Pongal, option 3 is Bihu, option 4 is Hornbill. Correct answer here is option 2 Pongal. I repeat, correct answer is option number 2 Pongal. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ Jallikattu is typically practiced in the Indian state of Tamil Nadu as a part of Pongal celebration on Mattu Pongal day. कि Mattu Pongal day ਦੇ ਦਿਨ as a part of Pongal celebrations Tamil Nadu 'ਚ Jallikattu celebrate ਕੀਤਾ ਜਾਂਦਾ ਹੈ. It is a traditional spectacle in which bulls are released into crowd of people and multiple human participations attempt to grab the large hump of the bull with both arms and hang on it while the bull attempts to escape. ਇਸ ਫੈਸਟੀਵਲ 'ਚ ਕੀ ਹੈ ਇਹ ਮਤਲਬ ਇਟ ਇਜ਼ ਇਹਨੂੰ ਲੋਕ ਦੇਖਦੇ ਨੇ ਸਪੈਸ਼ਲੀ ਆ ਕੇ ਇਸ ਫੈਸਟੀਵਲ ਨੂੰ ਅਤੇ ਇਸ 'ਚ ਕੀ ਹੁੰਦਾ ਕਿ ਭੀੜ 'ਚ ਇੱਕ ਬੁੱਲ ਨੂੰ ਛੱਡ ਦਿੱਤਾ ਜਾਂਦਾ ਅਤੇ ਬਹੁਤ ਸਾਰੇ ਹਿਊਮਨ ਪਾਰਟੀਸਪੈਂਟਸ ਜੋ ਨੇ ਇਸ ਕੰਪੀਟੀਸ਼ਨ ਦਾ ਹਿੱਸਾ ਬਣਦੇ ਨੇ ਅਤੇ ਉਹ ਕੋਸ਼ਿਸ਼ ਕਰਦੇ ਨੇ ਕਿ ਉਹਦੀ ਹੰਪ 'ਤੇ ਬੈਠ ਸਕਣ ਅਤੇ ਉਹਨੂੰ ਫੜ ਸਕਣ, ਉਹਦੇ 'ਤੇ ਟਿਕੇ ਰਹਿ ਸਕਣ, ਜਦ ਕਿ ਜੋ ਬੁੱਲ ਹੈ ਉਹ ਇਟ ਗੋਜ਼ ਹੇਵਾਇਰ. Next question is who among the following is renowned in the field of painting? ਇਹਨਾਂ 4 ਆਪਸ਼ਨਸ ਵਿੱਚੋਂ ਕੌਣ ਹੈ ਜੋ ਪੇਂਟਿੰਗ 'ਚ ਬਹੁਤ ਰਿਨਾਊਂਡ ਮੰਨੇ ਗਏ ਨੇ? Option 1 is Parveen Sultana, option 2 is Professor T.N. Krishnan, option 3 is Ram Kinkar, option 4 is Raja Ravi Verma. Correct answer here is option 4 Raja Ravi Verma. I repeat, correct answer is option 4 Raja Ravi Verma. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ Raja Ravi Verma was an Indian painter from the princely state of Travancore who achieved recognition for his depiction of scenes from epics of Mahabharata and Ramayana. ਕਿ ਜੋ ਰਾਜਾ ਰਾਮ ਵਰਮਾ ਸੀਗੇ ਹੀ ਵਾਜ਼ ਅ ਪੇਂਟਰ, ਇਹ ਤ੍ਰਿਵੈਨਕੋਰ ਨੂੰ ਬਿਲੋਂਗ ਕਰਦੇ ਸੀ ਅਤੇ ਇਹ ਕਦੋਂ ਰਿਕੋਗਨਾਈਜ਼ ਹੋਏ ਜਦੋਂ ਇਹਨਾਂ ਨੇ ਐਪਿਕ ਸੀਨਸ ਆਫ ਮਹਾਭਾਰਤ ਅਤੇ ਰਾਮਾਇਣ ਨੂੰ ਪੇਂਟ ਕੀਤਾ, ਆਪਣੀ ਪੇਂਟਿੰਗ 'ਚ ਡਿਪਿਕਟ ਕੀਤਾ.
His paintings are considered to be among the best example of fusion of Indian traditions with the technique of European academic art. ਇਹਨਾਂ ਨੇ ਇੰਡੀਅਨ ਟਰਡੀਸ਼ਨਸ ਨੂੰ ਯੂਰੋਪੀਅਨ ਅਕੈਡਮਿਕ ਆਰਟ ਨਾਲ ਫਿਊਜ਼ ਕਰਕੇ ਮਰਜ ਕਰਕੇ ਇਹਨਾਂ ਨੇ ਆਪਣੀ ਪੇਂਟਿੰਗਸ ਕ੍ਰੀਏਟ ਕੀਤੀਆਂ. During his lifetime, Verma is most remembered for his paintings of sari-clad women portrayed as shapely and graceful. ਇਹਨਾਂ ਦੀ ਟਾਈਮ ਦੀ ਮੋਸਟ ਜਿਹੜੀ ਰਿਮੈਂਬਰ ਸਭ ਤੋਂ ਵੱਧ ਯਾਦ ਰੱਖੀ ਗਈ ਜਿਹੜੀ ਪੇਂਟਿੰਗ ਸੀਗੀ, ਇਟ ਵਾਜ਼ ਅ ਪੇਂਟਿੰਗ ਆਫ ਅ ਵੂਮਨ ਵੇਅਰਿੰਗ ਅ ਸਾੜੀ, ਅਤੇ ਜਿਹਨੂੰ ਇਹਨਾਂ ਨੇ ਬਹੁਤ ਗ੍ਰੇਸਫੁਲ ਪੋਰਟਰੇ ਕੀਤਾ ਸੀ. ਨੈਕਸਟ ਕੁਐਸਚਨ ਸੇਜ਼ ਲੀ ਕਾਰਬੂਜ਼ੀਅਰ The architect of Chandigarh was a national of ਕਿ ਲੀ ਕਾਰਬੂਜ਼ੀਅਰ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਡਿਜ਼ਾਈਨ ਕੀਤਾ ਉਹ ਕਿੱਥੋਂ ਦੇ ਨੈਸ਼ਨਲ ਸੀਗੇ, ਕਿੱਥੋਂ ਦੇ ਸਿਟੀਜ਼ਨ ਸੀਗੇ. Option 1 is Netherlands, Option 2 is Portugal, Option 3 is UK, Option 4 is France. Correct answer here is Option 4, France. I repeat, correct answer here is Option 4, France. ਇਸ ਨੂੰ ਹੋਰ ਐਕਸਪਲੇਨ ਕਰਦੇ ਹੋਇਆ Charles Edward Jenneret, better known as Lee Corbusier, was an architect, designer, urbanist and writer, famous for being one of the pioneers of what we call now is modern architecture. ਕਿ ਜਿਹੜੇ ਲੀ ਕਾਰਬੋਜ਼ੀਅਰ ਸੀ ਇਹਨਾਂ ਦਾ ਪੂਰਾ ਨਾਮ ਵੀ ਤੁਸੀਂ ਜ਼ਰੂਰ ਯਾਦ ਰੱਖਣਾ, ਚਾਰਲਸ ਐਡਵਰਡ ਜੈਨਰੇਟ. ਇਹ ਇੱਕ ਆਰਕੀਟੈਕਟ ਸੀ, ਡਿਜ਼ਾਈਨਰ ਸੀ, ਅਰਬਨਿਸਟ ਮਤਲਬ ਟਾਊਨ ਪਲੈਨਰ ਐਂਡ ਰਾਈਟਰ. ਅਤੇ ਇਹ ਇਹਨਾਂ ਦੀ ਜਿਹੜੀ ਜੋ ਵੀ ਇਹਨਾਂ ਨੇ ਕੰਮ ਕੀਤਾ ਇਟ ਇਜ਼ ਅ ਪਾਰਟ ਆਫ ਮਾਡਰਨ ਆਰਕੀਟੈਕਚਰ. ਹੀ ਵਾਜ਼ ਬੋਰਨ ਇਨ ਸਵਿਟਜ਼ਰਲੈਂਡ ਐਂਡ ਬਿਕੇਮ ਅ ਫ੍ਰੈਂਚ ਸਿਟੀਜ਼ਨ ਇਨ 1930. ਇਹਨਾਂ ਦਾ ਜਨਮ ਸਵਿਟਜ਼ਰਲੈਂਡ 'ਚ ਹੋਇਆ ਅਤੇ ਇਹਨਾਂ ਨੇ ਫਰਾਂਸ ਦੀ ਸਿਟੀਜ਼ਨਸ਼ਿਪ ਲੈ ਲਈ ਇਨ 1930. ਹਿਸ ਕਰੀਅਰ spanned 5 decades with his buildings constructed throughout Europe, India and America. ਇਹਨਾਂ ਦਾ ਕਰੀਅਰ ਬਹੁਤ ਐਕਸਪੈਂਡ ਹੋਇਆ ਐਜ਼ ਐਨ ਆਰਕੀਟੈਕਟ ਅਤੇ ਇਹਨਾਂ ਦੀ ਜੋ ਬਿਲਡਿੰਗਸ ਨੇ ਥਰੂ ਆਊਟ ਯੂਰਪ, ਇੰਡੀਆ ਅਤੇ ਅਮੈਰੀਕਾ 'ਚ ਬਣੀਆਂ ਹੋਈਆਂ ਨੇ. He was awarded the Frank P. Brown Medal and the AIA Gold Medal in 1961. ਇਹਨਾਂ ਨੂੰ ਅਵਾਰਡ ਬਹੁਤ ਪੋਪੂਲਰ ਅਵਾਰਡਸ ਲਾਈਕ ਫਰੈਂਕ ਪੀ ਬਰਾਊਨ ਮੈਡਲ ਅਤੇ AIA Gold Medals ਮਿਲੇ in 1961. Next question says, in which field of art Jamini Roy makes his name? कि Jamini Roy belongs to which field of art? Option 1 is sculpture, Option 2 is music, Option 3 is painting, Option 4 is drama. Correct answer here is Option 3, painting. I repeat, correct answer is option number 3, painting. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਜਾਮਿਨੀ ਰੋਏ ਵਾਜ਼ ਐਨ ਇੰਡੀਅਨ ਪੇਂਟਰ. ਕਿ ਜਾਮਿਨੀ ਰੋਏ ਜੋ ਸੀ ਹੀ ਬਿਲੋਂਗ ਟੂ ਪੇਂਟਿੰਗ field of art. His key works were Bride and the Two Companions, Dual Cats with One Crayfish. ਇਹਦੀਆਂ ਜੋ ਮੋਸਟ ਰੈਕੋਗਨਾਈਜ਼ਡ ਪੇਂਟਿੰਗਸ ਨੇ ਜਾਂ ਵਰਕ ਹੈ ਉਹਨਾਂ ਦਾ ਨਾਮ ਹੈ ਬਰਾਈਡ ਐਂਡ ਟੂ ਕੰਪੈਨੀਅਨਸ 1952, Dual Cats with One Crayfish 1968. His new style was a reaction against Bengal school and western tradition. ਅਤੇ ਇਹਨਾਂ ਦੇ ਜਿਹੜਾ ਨਵਾਂ ਸਟਾਈਲ ਆਫ ਪੇਂਟਿੰਗ ਸੀਗਾ ਇਟ ਵਾਜ਼ ਕੁਆਇਟ ਅਗੇਂਸਟ ਦ ਵੈਸਟਰਨ ਟਰਡੀਸ਼ਨ. ਹਿਜ਼ ਅੰਡਰਲਾਈਨ ਕੁਐਸਟ ਵਾਜ਼ 3-fold. ਇਹਨਾਂ ਦੇ ਜੋ ਏਮ ਸੀਗੇ ਥਰੂ ਪੇਂਟਿੰਗ ਇਹ ਕੀ ਕਨਵੇ ਕਰਨਾ ਚਾਹੁੰਦੇ ਸੀ, ਇਹਦੇ ਪਿੱਛੇ 3 ਆਈਡੀਆਜ਼ ਸੀ. Option 1 first was to capture the essence of simplicity embodied in life of the folk people. ਕਿ ਜਿਹੜੇ ਫੋਕ ਪੀਪਲ ਨੇ ਉਹਨਾਂ ਦੀ ਲਾਈਫ ਕਿੰਨੀ ਸਿੰਪਲ ਹੈ ਉਹਨੂੰ ਇਹ ਕੈਪਚਰ ਕਰਦੇ ਸੀ, ਆਪਣੀ ਪੇਂਟਿੰਗ 'ਚ ਦਿਖਾਉਂਦੇ ਸੀ. ਟੂ ਮੇਕ ਆਰਟ ਐਕਸੈਸੀਬਲ ਟੂ ਵਾਈਡਰ ਸੈਕਸ਼ਨ ਆਫ ਪੀਪਲ. ਅਤੇ ਦੂਸਰੀ ਗੱਲ ਕਿ ਜੋ ਆਰਟ ਹੈ, ਜੋ ਕਲਾ ਹੈ, ਸਪੈਸ਼ਲੀ ਵੈਨ ਵੀ ਟਾਕ ਅਬਾਊਟ ਪੇਂਟਿੰਗ ਇਟ ਸ਼ੁੱਡ ਬੀ ਐਕਸੈਸੀਬਲ ਟੂ ਵਾਈਡਰ ਸੈਕਸ਼ਨ ਆਫ ਪੀਪਲ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਫੀਲਡ 'ਚ ਆਉਣ ਲਈ ਇਨਫਲੂਐਂਸ ਹੋਣ ਜਾਂ ਇਨਕਰੇਜ ਹੋਣ. ਟੂ ਗਿਵ ਇੰਡੀਅਨ ਆਰਟ ਇਟਸ ਓਨ ਆਈਡੈਂਟਿਟੀ. ਡੈਫੀਨੇਟਲੀ ਕਿ ਜੋ ਇੰਡੀਅਨ ਆਰਟ ਹੈ ਉਹਨੂੰ ਇੱਕ ਪਹਿਚਾਣ ਦੇਣ ਲਈ. ਹੀ ਵਾਜ਼ ਅਵਾਰਡਡ ਪਦਮ ਭੂਸ਼ਣ ਇਨ 1954. ਇਹਨਾਂ ਨੂੰ 1954 'ਚ ਪਦਮ ਭੂਸ਼ਣ ਵੀ ਅਵਾਰਡ ਕੀਤਾ ਗਿਆ. ਨੈਕਸਟ ਕੁਐਸਚਨ ਸੇਜ਼ ਵੇਅਰ ਇਜ਼ ਦ ਸਵਾਮੀ ਨਾਰਾਇਣ ਟੈਂਪਲ ਅਕਸ਼ਰਧਾਮ ਲੋਕੇਟਡ?
कि स्वामी नारायण टैंपल अक्षरधाम की लोकेशन कित्थे है। ऑप्शन 1 इज़ द्वारका, ऑप्शन 2 इज़ पुरी ओडिशा, ऑप्शन 3 इज़ मथुरा उत्तर प्रदेश, ऑप्शन 4 इज़ गांधीनगर गुजरात। करेक्ट आंसर हेयर इज़ ऑप्शन 4 गांधीनगर गुजरात। आई रिपीट, करेक्ट आंसर इज़ गांधीनगर गुजरात। इसनूं होर एक्सप्लेन करदियां होया, अक्षरधाम इन गांधीनगर इज़ वन ऑफ द लार्जेस्ट टैंपल्स इन इंडियन स्टेट ऑफ गुजरात। कि गुजरात ਦੇ ਸਭ ਤੋਂ ਵੱਡੇ ਟੈਂਪਲਸ ਤੋਂ ਵਿੱਚੋਂ ਇੱਕ ਟੈਂਪਲ ਹੈ ਅਕਸ਼ਰਧਮ। The temple complex combines devotions, art, architecture, education, exhibition and research at one place, which is spread in the area of 23 acres। कि ਜਿਹੜਾ ਇਹ ਟੈਂਪਲ ਹੈ ਇਟ ਇਜ਼ ਸਪਰੈਡ ਓਵਰ ਐਨ ਏਰੀਆ ਆਫ 23 ਏਕਰਸ। ਇਹ 23 ਏਕਰਸ ਵੱਡਾ ਟੈਂਪਲ ਹੈ ਅਤੇ ਇੱਥੇ ਆਰਟ, ਡਿਵੋਸ਼ਨ, ਆਰਕੀਟੈਕਚਰ, ਐਜੂਕੇਸ਼ਨ ਅਤੇ ਐਗਜ਼ੀਬਿਸ਼ਨਸ ਪਲੱਸ ਰਿਸਰਚ ਸਭ ਜੋ ਹੈ ਪ੍ਰਮੋਟ ਕੀਤਾ ਜਾਂਦਾ ਇੱਕੋ ਥਾਂ 'ਤੇ। The temple came to international attention when two heavily armed terrorists attacked it in September 2002। ਇਹ ਟੈਂਪਲ ਬਹੁਤ ਨਿਊਜ਼ 'ਚ ਆਇਆ ਸੀ ਜਦੋਂ ਇਸ 'ਤੇ 2 ਟੈਰਰਿਸਟ ਨੇ ਸੈਪਟੈਂਬਰ 2002 ਵਿੱਚ ਅਟੈਕ ਕਰ ਦਿੱਤਾ ਸੀ। It is a predecessor to Akshardham at Delhi, built by the same religious organization, Bochanswasi Akshar Purushottam Swarnayam Sanstha, led by ਪ੍ਰਮੁੱਖ ਸਵਾਮੀ ਮਹਾਰਾਜ। ਕਿ ਜਿਹੜਾ ਇਹ ਟੈਂਪਲ ਸੀਗਾ ਇਹ ਪ੍ਰੈਡੀਸੈਸਰ ਸੀ ਅਕਸ਼ਰਧਮ ਐਟ ਦਿੱਲੀ। ਇੱਕ ਅਕਸ਼ਰਧਮ ਐਟ ਦਿੱਲੀ ਸੀ ਅਤੇ ਉਸ ਤੋਂ ਪਹਿਲਾਂ ਬਣਿਆ ਹੋਇਆ ਟੈਂਪਲ ਹੈ ਅਕਸ਼ਰਧਮ ਇਨ ਗਾਂਧੀਨਗਰ। ਅਤੇ ਇਹ BAPS ਔਰਗਨਾਈਜੇਸ਼ਨ ਨੇ ਬਣਾਇਆ ਸੀ ਵਿਚ ਇਜ਼ ਅ ਰਿਲੀਜੀਅਸ ਔਰਗਨਾਈਜੇਸ਼ਨ ਲੈਡ ਬਾਏ ਪ੍ਰਮੁੱਖ ਸਵਾਮੀ ਮਹਾਰਾਜ। It was inaugurated on November 2, 1992। ਇਸ ਦਾ ਇਨੋਗਰੇਸ਼ਨ 2 ਨਵੰਬਰ 1992 ਵਿੱਚ ਹੋਇਆ। Next question says, what do the paintings of Ajanta depict? ਕਿ ਜੋ ਅਜੰਤਾ ਕੇਵਸ 'ਚ ਜਿਹੜੀਆਂ ਪੇਂਟਿੰਗਸ ਨੇ ਉਹ ਕੀ ਦਰਸਾਉਂਦੀਆਂ ਨੇ। Option 1 is Ramayan, Option 2 is Mahabharata, Option 3 is Jatakas, Option 4 is Panchtantra। Correct answer here is option number 3 Jatakas। I repeat, correct answer is option number 3 Jatakas। ਇਸਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ, Ajanta caves in Aurangabad district of Maharashtra are 30 rock cut cave monuments which date from the 2nd century BCE to about 500 or 600 CE। ਕਿ ਜਿਹੜੇ ਅਜੰਤਾ ਕੇਵਸ ਨੇ ਇਹ ਰੌਕਸ ਵਿੱਚੋਂ ਕੱਟੇ ਹੋਏ ਕੇਵਸ ਨੇ। ਕਾਵ ਆਊਟ, ਦੇ ਹੈਵ ਬੀਨ ਕਾਵਡ ਆਊਟ ਆਫ ਰੌਕ ਮੋਨੂਮੈਂਟ ਐਂਡ ਦੀਜ਼ ਆਰ ਰੌਕ ਮੋਨੂਮੈਂਟਸ। ਅਤੇ ਇਹ ਐਜ਼ ਓਲਡ ਐਜ਼ 2nd century ਐਂਡ ਐਜ਼ ਲੇਟੈਸਟ ਐਜ਼ 600 CE ਦੇ ਟਾਈਮ ਪੀਰੀਅਡ ਦੇ ਨਾਲ ਰਿਲੇਟਡ ਨੇ। The caves include paintings and sculptures considered to be masterpieces of Buddhist religious art, with Buddha figures and depiction of Jatakas tales। ਕਿ ਜਿਹੜੇ ਇਹਦੇ ਵਿੱਚ paintings ਨੇ these are mostly related to Buddhism and they depict Jataka tales। The caves from the largest corpus of early Indian wall painting। The site is a protected monument under Archaeological Survey of India since 1983। The Ajanta caves have been a UNESCO World Heritage Site। ਕਿ ਜਿਹੜੇ ਇਹ caves ਨੇ these are protected under Archaeological Survey of India ਅਤੇ 1983 ਤੋਂ ਹੀ ਇਹਨਾਂ ਨੂੰ UNESCO World Heritage Site ਦਾ ਟੈਗ ਦੇ ਦਿੱਤਾ ਗਿਆ ਸੀ। Next question is, where did the miniature paintings of Indian heritage develop? कि miniature paintings ਦੀ ਸ਼ੁਰੂਆਤ ਕਿੱਥੋਂ ਹੋਈ। Option 1 is Guler, Option 2 is Mewar, Option 3 is Bundi, Option 4 is Kishangarh। Correct answer here is Option 4 Kishangarh। I repeat, correct answer is Option 4 Kishangarh। ਇਸਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ, the art of miniature painting was introduced to the land of India by Mughals who brought the much revealed art from Persia। कि miniature painting जो सी basically it was influenced from Persians ਅਤੇ ਇਹਨਾਂ ਨੂੰ ਇੰਡੀਆ ਵਿੱਚ ਮੁਗਲਸ ਲੈ ਕੇ ਆਏ ਸੀ।
In the 16th century, the Mughal ruler Humayun brought artists from Persia who specialized in miniature paintings. कि हुमायूं दे टाइम ते जो सी हुमायूं ने दे he specially called Persian painters who were specialists in miniature paintings. The succeeding Mughal emperor Akbar built an atelier to them to promote rich art form ਤੇ इसनू फिर कैरी फॉरवर्ड किया गया अकबर दे थ्रू जिसने इसे मिनीएचर आर्ट नू होर प्रमोट किया. These artists on their part trained Indian artists who produced paintings in new distinctive styles inspired by royal and romantic lives of Mughals. ਤੇ ਜਦੋਂ ਪਰਸ਼ੀਅਨਸ ਆਏ ਇਹਨਾਂ ਨੇ ਉਹੀ ਸਟਾਈਲ ਆਪਣਾ ਇੰਡੀਅਨਸ ਨੂੰ ਸਿਖਾਇਆ ਮਿਨੀਏਚਰ ਪੇਂਟਿੰਗ ਦਾ, ਤੇ ਇੰਡੀਅਨਸ ਨੇ ਇਸ ਨੂੰ ਹੋਰ ਇੰਪਰੂਵ ਕਰਕੇ ਕ੍ਰੀਏਟ ਕੀਤਾ. ਕਿੱਥੋਂ ਇੰਸਪਾਇਰ ਹੋ ਕੇ ਉਸ ਟਾਈਮ ਦੇ ਮੁਗਲਸ ਦੀ ਲਾਈਫ ਸਟਾਈਲ ਨੂੰ ਦੇਖਦੇ ਹੋਏ. The particular miniature produced by Indian artists in their own style is known as Rajput or Rajasthani miniature. ਕਿ ਜਿਹੜਾ ਇੰਡੀਅਨਸ ਨੇ ਮਿਨੀਏਚਰ ਪੇਂਟਿੰਗਸ ਸ਼ੁਰੂ ਕੀਤਾ ਤਾਂ ਉਹਨੂੰ ਰਾਜਪੂਤ ਜਾਂ ਰਾਜਸਥਾਨੀ ਮਿਨੀਏਚਰ ਦੇ ਨਾਮ ਤੋਂ ਜਾਣਿਆ ਗਿਆ. ਡਿਊਰਿੰਗ ਦਿਸ ਟਾਈਮ ਦ ਸੈਵਰਲ ਸਕੂਲਸ ਆਫ ਪੇਂਟਿੰਗ ਇਵੋਲਵਡ. ਔਰ ਇਸੇ ਟਾਈਮ ਪੀਰੀਅਡ ਦੇ ਅੰਦਰ ਬਹੁਤ पेंटिंग schools evolve होए such as मेवाड़ at उदयपुर, बूंदी, कोठा, मरवाड़ at जोधपुर, बीकानेर, जयपुर and किशनगढ़. Next question is, in which state is the folk painting मधुबनी popular? कि folk painting है एक मधुबनी, वो केड़ी स्टेट च सब तो ज़्यादा पॉपुलर है. ऑप्शन 1 इज़ वेस्ट बंगाल, ऑप्शन 2 इज़ ओडिशा, option 3 is Bihar, option 4 is Assam. Correct answer here is option 3 Bihar. I repeat the correct answer, it is option 3 Bihar. इसनू होर एक्सप्लेन करदे होए मधुबनी पेंटिंग और मिथिला पेंटिंग is a style of Indian painting practiced in Mithila region of Bihar state and the adjoining parts of Terai and Nepal. की जेडी मधुबनी पेंटिंग स्टाइल है और मिथिला पेंटिंग स्टाइल ਇਹ ਮਿਥਿਲਾ ਰੀजन ਬਿਹਾਰ ਸਟੇਟ ਅਤੇ ਤੇਰਾਈ ਰੀजन ਨੇਪਾਲ ਇਸ ਏਰੀਆ 'ਚ ਬਹੁਤ ਪ੍ਰੈਕਟਿਸ ਕੀਤੀ ਜਾਂਦੀ ਹੈ. पेंटिंग इज़ डन विद फिंगर्स, twigs, brushes, nib pen, matchsticks using natural dyes and pigments and is characterized by eye-catching geometrical patterns. कि ਇਹ पेंटिंग 'ਚ ਹੁੰਦਾ ਕੀ ਹੈ, ਇਹ geometrical patterns ਦੀ ਬਹੁਤ eye-catching geometrical patterns ਦੀ पेंटिंग ਹੁੰਦੀ ਹੈ. ਤੇ ਜੋ ਮੈਂ ਨਾਮ ਮੈਂਸ਼ਨ ਕੀਤੇ ਨੈਚੁਰਲ ਡਾਈਜ਼, ਪਿਗਮੈਂਟਸ, ਫਿੰਗਰਸ, ਟਵਿਗਸ, ਬਰਸ਼ਿਸ, ਇਹ ਸਭ ਇਹਦੇ ਵਿੱਚੋਂ ਮੈਚਸਟਿਕਸ ਸਭ ਇਹਨੂੰ ਬਣਾਉਣ ਲਈ ਯੂਜ਼ ਹੁੰਦਾ ਹੈ. देर आर पेंटिंग्स फॉर ईच ओकेजन्स एंड फैसटिवल सच एज बर्थ, मैरिज, होली, सूर्य षष्ठी, काली पूजा, उपनयन एंड दुर्गा पूजा. कि ਇਹ ਜਿਹੜੀਆਂ पेंटिंग्स ने ये अलग अलग ओकेजन्स ਲਈ स्पैशल पेंटिंग्स डिज़ाइन कीतियां ਜਾਂਦੀਆਂ ਨੇ. Last question of the session says, who was the painter of the famous painting called भारत माता? भारत माता ਨੂੰ पेंटिंग 'ਚ पोर्ट्रे ਕਰਨ वाले कौन सी? ऑप्शन 1 इज़ गगेंद्र नाथ टैगोर, ऑप्शन 2 इज़ अभिनेंद्र नाथ टैगोर, ऑप्शन 3 इज़ नंदालाल बोस, ऑप्शन 4 इज़ जामिनी रॉय. करेक्ट आंसर हेयर इज़ ऑप्शन 2 अभिनेंद्र नाथ टैगोर. I repeat the correct answer, it is option number 2 अभिनेंद्रनाथ टैगोर. इसनू होर एक्सप्लेन करदे होया, भारत माता इज़ एन एपिक पेंटिंग बाय सेलिब्रेटेड इंडियन पेंटर अभिनेंद्रनाथ टैगोर. कि जो भारत माता ਨੂੰ ਇੱਕ ਰੂਪ ਜਿਹੜਾ पेंटिंग ਦੇ ਥਰੂ ਦਿੱਤਾ, ਇਹ ਬਹੁਤ ਪੋਪੂਲਰ पेंटर अभिनेंद्रनाथ टैगोर ने ਦਿੱਤਾ. दिस पेंटिंग डिपिक्ट्स भारत माता एज लक्ष्मी, goddess of plenty, clad in the April of वैष्णवा nun. कि ਜਿਹੜੇ ਇਸ पेंटिंग 'ਚ ਉਹਨਾਂ ਨੇ ਭਾਰਤ ਮਾਤਾ ਨੂੰ ਉੱਦਾਂ ਲਕਸ਼ਮੀ ਦਾ ਅਵਤਾਰ ਦਿੱਤਾ ਹੈ ਅਤੇ ਉਹਨਾਂ ਨੂੰ ਜੋ ਉਹਨਾਂ ਦਾ ਅਪੈਰਲ ਨੇ ਉਹਨਾਂ ਦੇ ਅਪੈਰਲ ਇਜ਼ ਆਫ ਵੈਸ਼ਨਵਾ ਨਨ ਦਿਖਾਇਆ ਹੋਇਆ ਅਤੇ ਉਹਨਾਂ ਨੂੰ ਗੋਡੈਸ ਆਫ ਪਲੈਂਟੀ ਐਂਡ ਪ੍ਰੋਸਪੈਰਿਟੀ ਦੇ ਰੂਪ 'ਚ ਦਿਖਾਇਆ ਹੋਇਆ.